ਦੋਸਤੋ ਸੋਚੋ, ਜੇਕਰ ਤੁਹਾਨੂੰ 14 ਮਹੀਨਿਆਂ ਤੱਕ ਸਮੁੰਦਰ ਵਿੱਚ ਇੱਕ ਛੋਟੀ ਜਿਹੀ ਕਿਸ਼ਤੀ ਵਿੱਚ ਛੱਡ ਦਿੱਤਾ ਜਾਵੇ ਤੇ ਉਸ ਦਾ ਵੀ ਕੰਟਰੋਲ ਤੁਹਾਡੇ ਹੱਥ ਵਿੱਚ ਨਾ ਹੋਵੇ, ਨਾ ਹੀ ਤੁਸੀਂ ਕਿਸੇ ਬਾਹਰੀ ਦੁਨੀਆ ਨਾਲ ਸੰਪਰਕ ਕਰ ਪਾਵੋ ਤੇ ਨਾ ਹੀ ਤੁਸੀਂ 14 ਮਹੀਨਿਆਂ ਤੱਕ ਕਿਸੇ ਇਨਸਾਨ ਦੀ ਸ਼ਕਲ ਦੇਖ ਪਾਓ ਤੇ ਨਾ ਹੀ ਤੁਹਾਡੇ ਸਿਰ ਤੇ ਛੱਤ ਹੋਵੇ ਤੇ ਨਾ ਹੀ ਸੌਣ ਦੇ ਲਈ ਸਮਤਲ ਜ਼ਮੀਨ, ਨਾ ਖਾਣਾ ਖਾਣ ਲਈ ਖਾਣਾ ਤੇ ਨਾ ਹੀ ਪੀਣ ਲਈ ਪਾਣੀ ਹੋਵੇ ਤਾਂ ਸਿਰਫ ਇੱਕ ਚੀਜ਼, ਦੂਰ ਦੂਰ ਤੱਕ ਫੈਲਿਆ ਤੂਫਾਨਾਂ ਨਾਲ ਭਰਿਆ ਨੀਲਾ ਸਮੁੰਦਰ। ਤੁਸੀਂ ਕਿਸ ਤਰ੍ਹਾਂ ਸਰਵਾਈਵ ਕਰ ਪਾਓਗੇ? ਕੀ ਤੁਸੀਂ ਇਹਨਾਂ ਸਥਿਤੀਆਂ ਵਿੱਚ ਸਰਵਾਈਵ ਕਰ ਪਾਓਗੇ? ਇਸ ਦੀ ਕਲਪਨਾ ਮਾਤਰ ਹੀ ਬਹੁਤ ਜ਼ਿਆਦਾ ਭਿਆਨਕ ਹੈ। ਕੋਈ ਕਿਸ ਤਰ੍ਹਾਂ ਇਸ ਵਿੱਚ ਸਰਵਾਈਵ ਕਰ ਸਕਦਾ ਹੈ ਦੋਸਤੋ। ਲੇਕਿਨ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਾਂਗੇ ਜੋ ਜਾਣੇ ਅਣਜਾਣੇ ਵਿੱਚ ਪੈਸੀਫਿਕ ਓਸ਼ੀਅਨ ਵਿੱਚ ਖੋ ਗਿਆ ਅਤੇ ਉਸ ਨੂੰ ਨਾ ਚਾਹੁੰਦੇ ਹੋਏ ਵੀ ਇਹਨਾਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ। ਆਖਿਰ ਕੀ ਹੈ ਸੈਲਵਾਡੋਰ ਐਲਵਰੰਗਾ ਦੀ ਕਹਾਣੀ? ਕੀ ਤੁਸੀਂ ਜਾਣਦੇ ਹੋ ਕਿ ਧਰਤੀ ਤੇ ਜਿੰਨੀ ਵੀ ਜ਼ਮੀਨ ਮੌਜੂਦ ਹੈ, ਜੇਕਰ ਉਸ ਨੂੰ ਮਿਲਾਇਆ ਜਾਵੇ ਤਾਂ ਉਸ ਤੋਂ ਵੀ 3 ਗੁਣਾ ਵੱਡਾ ਹੈ ਪੈਸੀਫਿਕ ਓਸ਼ੀਅਨ। ਅਗਰ ਕੋਈ ਇਸ ਓਸ਼ੀਅਨ ਵਿੱਚ ਹੁੰਦਾ ਹੈ ਤਾਂ ਇਸ ਗੱਲ ਦੇ ਬਹੁਤ ਘੱਟ ਚਾਂਸ ਹਨ ਕਿ ਉਸ ਨੂੰ ਲੱਭਿਆ ਜਾ ਸਕੇ। ਸੈਲਵਾਡੋਰ ਐਲਵਰੰਗਾ ਮੈਕਸੀਕੋ ਦਾ ਰਹਿਣ ਵਾਲਾ ਇੱਕ ਮਛੁਆਰਾ ਸੀ ਤੇ ਉਹ ਪੈਸੀਫਿਕ ਓਸ਼ੀਅਨ ਵਿੱਚ ਮਛਲੀ ਫੜ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਉਹ 17 ਨਵੰਬਰ 2012 ਨੂੰ ਉਹ ਆਪਣੇ ਦੋਸਤ ਨਾਲ ਮਛਲੀ ਫੜਨ ਲਈ ਸਮੁੰਦਰ 'ਚ ਚਲਾ ਗਿਆ ਤੇ ਜਿਸ ਬੋਟ ਵਿੱਚ ਉਹ ਮਛਲੀ ਫੜਨ ਜਾ ਰਹੇ ਸੀ ਉਹ ਕੇਵਲ 7 ਮੀਟਰ ਲੰਬੀ ਸੀ ਤੇ ਉਸ ਦੇ ਉੱਪਰ ਕੋਈ ਵੀ ਛੱਤ ਨਹੀਂ ਸੀ ਤੇ ਨਾ ਹੀ ਉਸ ਉੱਪਰ ਕੋਈ ਕਮਰਾ ਸੀ। ਉਸ ਬੋਟ ਵਿੱਚ ਇੱਕ ਛੋਟਾ ਜਿਹਾ ਆਈਸ ਬਾਕਸ ਸੀ ਜਿਸ ਵਿੱਚ ਮਛਲੀ ਫੜ ਕੇ ਰੱਖਣੀ ਸੀ ਤੇ ਬੋਟ ਨੂੰ ਚਲਾਉਣ ਲਈ ਪਿੱਛੇ ਇੱਕ ਛੋਟੀ ਜਿਹੀ ਮੋਟਰ ਲੱਗੀ ਹੋਈ ਸੀ। ਉਹ ਦੋਨੋਂ ਮਛੁਆਰੇ ਪਹਿਲਾਂ ਤੋਂ ਹੀ ਜਾਣਦੇ ਸੀ ਕਿ ਸਮੁੰਦਰ ਵਿੱਚ ਤੂਫਾਨ ਆਉਣ ਵਾਲਾ ਹੈ, ਲੇਕਿਨ ਮਛਲੀ ਫੜ ਕੇ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਲਈ ਉਹ ਫਿਰ ਵੀ ਸਮੁੰਦਰ ਵਿੱਚ ਉਤਰੇ। ਉਹਨਾਂ ਨੇ ਰਿਸਕ ਲਿਆ। ਉਹ ਕਿਨਾਰੇ ਤੋਂ 120 ਕਿਲੋਮੀਟਰ ਦੂਰ ਪੈਸੀਫਿਕ ਓਸ਼ੀਅਨ ਦੀ ਵੱਲ ਵਧਦੇ ਰਹੇ ਤੇ ਰਾਤ ਦੇ 1 ਵਜੇ ਉਹ ਤੂਫਾਨ ਦੀ ਲਪੇਟ ਵਿੱਚ ਆ ਗਏ। ਤੂਫਾਨ ਦੇ ਕਾਰਨ ਜੋ ਉਹਨਾਂ ਨੇ ਮਛਲੀ ਫੜਨ ਲਈ ਜਾਲ ਵਿਛਾਏ ਸੀ ਉਹ ਕੱਟ ਦਿੱਤੇ ਤੇ ਸਮੁੰਦਰ ਵਿੱਚ ਹੀ ਛੱਡ ਦਿੱਤੇ। ਉਹ ਬੋਟ ਨੂੰ ਕਿਨਾਰੇ ਵੱਲ ਦੌੜਾਉਣ ਲੱਗੇ। 6 ਘੰਟੇ ਤੱਕ ਲਗਾਤਾਰ ਉਹਨਾਂ ਨੇ ਬੋਟ ਨੂੰ ਕਿਨਾਰੇ ਵੱਲ ਦੌੜਾਇਆ। ਉਹ ਕਿਨਾਰੇ ਤੋਂ ਸਿਰਫ 24 ਕਿਲੋਮੀਟਰ ਦੂਰ ਸੀ ਤੇ ਉਹਨਾਂ ਨੂੰ ਧਰਤੀ ਤੇ ਮੌਜੂਦ ਪਹਾੜਾਂ ਦੇ ਸ਼ਿਖਰ ਦਿਖਾਈ ਦੇ ਰਹੇ ਸੀ ਤੇ ਫਿਰ ਅਚਾਨਕ ਬੋਟ ਨੂੰ ਚਲਾਉਣ ਵਾਲੀ ਮੋਟਰ ਖਰਾਬ ਹੋ ਗਈ ਤੇ ਬੋਟ ਵਿੱਚ ਲੱਗਿਆ ਰੇਡੀਓ ਹਲੇ ਤੱਕ ਕੰਮ ਕਰ ਰਿਹਾ ਸੀ। ਫਿਰ ਉਹਨਾਂ ਨੇ ਰੇਡੀਓ ਦੀ ਮਦਦ ਨਾਲ ਆਪਣੀ ਲੋਕੇਸ਼ਨ ਆਪਣੇ ਬੌਸ ਨੂੰ ਦੱਸੀ ਤੇ ਉਸਦੇ ਬੌਸ ਨੇ ਕਿਹਾ ਕਿ ਉਹ ਉਹਨਾਂ ਨੂੰ ਲੈਣ ਲਈ ਆ ਰਿਹਾ ਹੈ, ਲੇਕਿਨ ਉਹਨਾਂ ਦੇ ਰੇਡੀਓ ਦੀ ਬੈਟਰੀ ਵੀ ਡਾਊਨ ਹੋ ਗਈ ਅਤੇ ਉਹਨਾਂ ਦਾ ਰੇਡੀਓ ਵੀ ਬੰਦ ਹੋ ਗਿਆ। ਸੋਚੋ ਉਹ ਲੋਕ ਕਿੰਨੇ ਦੁਖੀ ਹੋਏ ਹੋਣਗੇ ਕਿ ਉਹ ਬੋਟ ਨੂੰ ਕਿਤੇ ਲਿਜਾ ਵੀ ਨਹੀਂ ਸਕਦੇ ਤੇ ਉਹਨਾਂ ਦਾ ਬਾਹਰੀ ਦੁਨੀਆ ਨਾਲ ਸੰਪਰਕ ਵੀ ਟੁੱਟ ਗਿਆ। ਜਿਹੜੇ ਪਹਾੜ ਦਿਖਾਈ ਦਿੰਦੇ ਸੀ ਉਹ ਹੌਲੀ-ਹੌਲੀ ਦਿਖਾਈ ਦੇਣੋਂ ਹਟਣ ਲੱਗੇ। ਉਹਨਾਂ ਦੀ ਬੋਟ ਗਹਿਰੇ ਸਮੁੰਦਰ ਵੱਲ ਵਧਣ ਲੱਗੀ ਤੇ ਉਹਨਾਂ ਦੇ ਬੌਸ ਨੇ ਉਹਨਾਂ ਨੂੰ ਲੱਭਣ ਲਈ ਸਰਚ ਟੀਮ ਭੇਜੀ ਤੇ ਇਹਨਾਂ ਨੇ ਉਹਨਾਂ ਦੋਨਾਂ ਨੂੰ ਲੱਭਣ ਲਈ 4 ਦਿਨਾਂ ਦੀ ਖੋਜ ਕੀਤੀ, ਪਰ ਉਹ ਕਿਤੇ ਵੀ ਨਾ ਮਿਲੇ। ਹਾਰ ਮੰਨ ਕੇ ਉਹਨਾਂ ਦੇ ਬੌਸ ਨੇ ਉਹਨਾਂ ਨੂੰ ਲੱਭਣਾ ਬੰਦ ਕਰ ਦਿੱਤਾ। 5 ਦਿਨਾਂ ਬਾਅਦ ਹਵਾ ਦਾ ਰੁੱਖ ਉਹਨਾਂ ਨੂੰ ਕਿਨਾਰੇ ਤੋਂ 450 ਕਿਲੋਮੀਟਰ ਦੂਰ ਵਹਾ ਲੈ ਗਿਆ। ਉਹਨਾਂ ਦੋਨਾਂ ਦੇ ਸਾਹਮਣੇ ਚਾਰੇ ਦਿਸ਼ਾਵਾਂ ਵਿੱਚ ਨੀਲਾ ਸਮੁੰਦਰ ਹੀ ਸੀ। ਇੰਨੇ ਵੱਡੇ ਸਮੁੰਦਰ ਵਿੱਚ ਉਹਨਾਂ ਦੀ ਬੋਟ ਬਹੁਤ ਛੋਟੀ ਸੀ ਤੇ ਜਿਸ ਨੂੰ ਅਸਮਾਨ ਤੋਂ ਲੱਭਣਾ ਸੰਭਵ ਨਹੀਂ ਸੀ। ਉਹਨਾਂ ਕੋਲ ਨਾ ਤਾਂ ਫਲੇਅਰ ਗਨ ਸੀ ਤੇ ਨਾ ਹੀ ਕੋਈ ਐਵੇਂ ਦੀ ਡਿਵਾਈਸ ਸੀ ਜਿਸ ਨਾਲ ਉਹ ਸਿਗਨਲ ਭੇਜ ਕੇ ਕੋਈ ਮਦਦ ਲੈ ਸਕਣ। ਇਸ ਤਰ੍ਹਾਂ ਦੀ ਹਾਲਤ ਵਿੱਚ ਉਹਨਾਂ ਦਾ ਭੋਜਨ ਮਛਲੀ, ਕਛੂਆ ਜਾਂ ਸਮੁੰਦਰੀ ਪੰਛੀ ਸੀ। ਉਹਨਾਂ ਨੂੰ ਸਮੁੰਦਰ ਵਿੱਚ ਬਹਿੰਦੀਆਂ ਹੋਈਆਂ ਪਲਾਸਟਿਕ ਦੀਆਂ ਬੋਤਲਾਂ ਮਿਲੀਆਂ ਜਿਨ੍ਹਾਂ ਨੂੰ ਉਹਨਾਂ ਨੇ ਇਕੱਠਾ ਕੀਤਾ ਤੇ ਜਦੋਂ ਬਾਰਿਸ਼ ਹੁੰਦੀ ਤਾਂ ਉਹਨਾਂ ਵਿੱਚ ਉਹ ਬਾਰਿਸ਼ ਦਾ ਪਾਣੀ ਜਮ੍ਹਾਂ ਕਰ ਲੈਂਦੇ ਤੇ ਜੇਕਰ ਬਾਰਿਸ਼ ਨਾ ਹੁੰਦੀ ਤਾਂ ਉਹਨਾਂ ਨੂੰ ਕਛੂਏ ਦਾ ਖੂਨ ਪੀ ਕੇ ਜਾਂ ਫਿਰ ਆਪਦਾ ਖੁਦ ਦਾ ਯੂਰਿਕ ਪੀ ਕੇ ਪਿਆਸ ਬੁਝਾਉਣੀ ਪੈਂਦੀ ਸੀ। ਸੋਚ ਕੇ ਦੇਖੋ ਉਸ ਸਮੇਂ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਹੋਵੇਗਾ। ਦਿਨ ਪ੍ਰਤੀ ਦਿਨ ਗੁਜ਼ਰ ਰਹੇ ਸਨ ਅਤੇ ਉਹਨਾਂ ਦੋਨਾਂ ਕੋਲ ਇੱਕ ਛੋਟਾ ਬਾਕਸ ਸੀ ਤੇ ਉਹ ਦੋਨੇ ਆਪਣਾ ਸਮਾਂ ਬਤੀਤ ਕਰਨ ਲਈ ਮਛਲੀਆਂ ਫੜਦੇ ਤੇ ਇੱਕ ਦੂਸਰੇ ਨਾਲ ਗੱਲਾਂ ਕਰਦੇ, ਹੱਸਦੇ ਤੇ ਰੋਂਦੇ ਅਤੇ ਆਪਣੇ ਪਰਿਵਾਰ ਨੂੰ ਯਾਦ ਕਰਦੇ ਅਤੇ ਉਮੀਦ ਕਰਦੇ ਕਿ ਸ਼ਾਇਦ ਉਹਨਾਂ ਨੂੰ ਕੋਈ ਲੱਭ ਸਕੇ। ਇਸ ਤਰ੍ਹਾਂ 4 ਮਹੀਨੇ ਗੁਜ਼ਰ ਗਏ ਲੇਕਿਨ ਉਹਨਾਂ ਨੂੰ ਹਲੇ ਤੱਕ ਕਿਸੇ ਨੇ ਨਹੀਂ ਖੋਜਿਆ। 4 ਮਹੀਨਿਆਂ ਬਾਅਦ ਐਲਵਰੰਗਾ ਦੇ ਦੋਸਤ ਕੋਡੋਵਾ ਨੇ ਜੀਣ ਦੀ ਆਸ ਛੱਡ ਦਿੱਤੀ ਤੇ ਇਸ ਵਜ੍ਹਾ ਨਾਲ ਉਸਨੇ ਖਾਣਾ ਪੀਣਾ ਬੰਦ ਕਰ ਦਿੱਤਾ ਅਤੇ ਇਸ ਦੇ परिणाम ਸਰੂਪ ਉਸਦਾ ਸਰੀਰ ਕਮਜ਼ੋਰ ਹੋ ਗਿਆ ਕਿ ਉਸਦੀ ਜੀਵਨ ਲੀਲਾ ਹੀ ਸਮਾਪਤ ਹੋ ਗਈ। ਇਹ ਸੋਚ ਕੇ ਰੌਂਗਟੇ ਖੜੇ ਹੋ ਜਾਂਦੇ ਹਨ ਕਿ ਐਲਵਰੰਗਾ ਤੇ ਕੀ ਬੀਤੀ ਹੋਵੇਗੀ।
ਉਸ ਦਾ ਸਾਥੀ ਵੀ ਉਸ ਦਾ ਸਾਥ ਛੱਡ ਕੇ ਜਾ ਚੁੱਕਾ ਸੀ ਤੇ ਹੁਣ ਵਿਸ਼ਾਲ ਪੈਸੀਫਿਕ ਓਸ਼ੀਅਨ ਵਿੱਚ ਐਲਵਰੰਗਾ ਇਕੱਲਾ ਹੀ ਸੀ ਅਤੇ ਆਪਣੇ ਦੋਸਤ ਦੀ ਮੌਤ ਤੋਂ ਬਾਅਦ ਐਲਵਰੰਗਾ ਨੇ ਵੀ ਜੀਣ ਦੀ ਆਸ ਛੱਡ ਦਿੱਤੀ ਅਤੇ ਉਸਨੇ ਸੁਸਾਈਡ ਕਰਨ ਬਾਰੇ ਸੋਚਿਆ। ਲੇਕਿਨ ਐਲਵਰੰਗਾ ਦਾ ਫੇਤ ਉਸ ਨੂੰ ਇਹ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ ਤੇ ਐਲਵਰੰਗਾ ਨੇ ਜ਼ਿੰਦਗੀ ਨਾਲ ਲੜਨ ਦੀ ਕੋਸ਼ਿਸ਼ ਕੀਤੀ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣੇ ਆਪ ਨੂੰ ਸਰਵਾਈਵ ਕਰਦਾ ਰਿਹਾ। ਅਤੇ ਐਲਵਰੰਗਾ ਹੁਣ ਜਿੱਥੇ ਗਹਿਰੇ ਸਮੁੰਦਰ ਵਿੱਚ ਸੀ ਉੱਥੇ ਸ਼ਿਪ ਜਾਂ ਸਮੁੰਦਰੀ ਜਹਾਜ਼ ਕਦੇ ਕਦਾਏ ਆਇਆ ਕਰਦੇ ਸੀ ਅਤੇ ਲਗਭਗ 8 ਮਹੀਨਿਆਂ ਬਾਅਦ ਇੱਕ ਕਾਰਗੋ ਸ਼ਿਪ ਉੱਥੋਂ ਦੀ ਗੁਜ਼ਰੀ। ਐਲਵਰੰਗਾ ਨੇ ਖੜੇ ਹੋ ਕੇ ਇਸ਼ਾਰੇ ਵੀ ਕੀਤੇ ਪਰ ਸ਼ਿਪ ਸਿੱਧੀ ਹੀ ਚਲੀ ਗਈ ਅਤੇ ਕਿਸੇ ਦਾ ਵੀ ਧਿਆਨ ਐਲਵਰੰਗਾ ਵੱਲ ਨਹੀਂ ਗਿਆ ਤੇ ਉਹ ਫਿਰ ਸਮੁੰਦਰ ਵਿੱਚ ਇਕੱਲਾ ਹੀ ਰਹਿ ਗਿਆ। 11 ਮਹੀਨਿਆਂ ਵਿੱਚ ਐਲਵਰੰਗਾ ਆਪਣੀ ਛੋਟੀ ਜਿਹੀ ਬੋਟ ਵਿੱਚ ਲਗਭਗ 8000 ਕਿਲੋਮੀਟਰ ਟਰੈਵਲ ਕਰ ਚੁੱਕਿਆ ਸੀ ਤੇ ਉਸਨੇ ਤੇਜ਼ ਧੁੱਪ ਤੇ ਤੂਫਾਨਾਂ ਦਾ ਵੀ ਸਾਹਮਣਾ ਕੀਤਾ ਸੀ ਤੇ ਆਖਿਰਕਾਰ 30 ਜਨਵਰੀ 2014 ਨੂੰ ਉਸ ਨੂੰ ਪਾਣੀ ਵਿੱਚ ਇੱਕ ਨਾਰੀਅਲ ਦਿਖਾਈ ਦਿੱਤਾ ਤੇ ਅਸਮਾਨ ਵਿੱਚ ਉੜਦੇ ਪੰਛੀ। ਐਲਵਰੰਗਾ ਸਮਝ ਗਿਆ ਕਿ ਜ਼ਮੀਨ ਨੇੜੇ ਤੇੜੇ ਹੀ ਹੈ। ਫਿਰ ਉਸ ਨੂੰ ਇੱਕ ਆਈਲੈਂਡ ਦਿਖਾਈ ਦਿੱਤਾ ਤੇ ਐਲਵਰੰਗਾ ਨੇ ਬੋਟ ਵਿੱਚੋਂ ਜੰਪ ਕੀਤਾ ਤੇ ਤੈਰਦੇ ਹੋਏ ਟਾਪੂ ਤੇ ਪਹੁੰਚ ਗਿਆ। 438 ਦਿਨਾਂ ਤੱਕ ਉਹ ਪਾਣੀ ਵਿੱਚ ਰਹਿਣ ਤੋਂ ਬਾਅਦ ਆਖਿਰਕਾਰ ਧਰਤੀ ਤੇ ਪਹੁੰਚ ਹੀ ਗਿਆ ਤੇ ਉਸ ਨੂੰ ਇੱਕ ਘਰ ਨਜ਼ਰ ਆਇਆ। ਉਸਨੇ ਉਸ ਘਰ ਦਾ ਦਰਵਾਜ਼ਾ ਨੌਕ ਕੀਤਾ ਤੇ ਉਸ ਨੂੰ ਇਹ ਲਮਹਾ ਬਹੁਤ ਸੁੰਦਰ ਲੱਗ ਰਿਹਾ ਸੀ ਤੇ ਉਸ ਦੀ ਇੰਨੇ ਮਹੀਨਿਆਂ ਬਾਅਦ ਕਿਸੇ ਇਨਸਾਨ ਨਾਲ ਮੁਲਾਕਾਤ ਹੋਈ। ਉਹ ਟਾਪੂ ਸਮੁੰਦਰ ਦੇ ਵਿੱਚੋਂ ਵਿੱਚ ਸੀ। ਜੇਕਰ ਉਹ ਉਸ ਟਾਪੂ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਤੇ ਫਿਰ ਉਸ ਨੂੰ 5000 ਕਿਲੋਮੀਟਰ ਬਾਅਦ ਹੀ ਜ਼ਮੀਨ ਨਸੀਬ ਹੋ ਸਕਦੀ ਸੀ ਤੇ ਉਸ ਨੂੰ 240 ਦਿਨ ਹੋਰ ਲੱਗ ਜਾਂਦੇ ਉੱਥੇ ਤੱਕ ਪਹੁੰਚਣ ਲਈ। ਬਾਅਦ ਵਿੱਚ ਐਲਵਰੰਗਾ ਆਪਣੇ ਘਰ ਵਿੱਚ ਆਇਆ ਤੇ ਉਸਨੇ ਆਪਣੀ ਜਰਨੀ ਦੀ ਕਿਤਾਬ ਲਿਖੀ ਤੇ ਜਾਣੇ ਅਣਜਾਣੇ ਵਿੱਚ ਐਲਵਰੰਗਾ ਨੇ 438 ਦਿਨਾਂ ਤੱਕ ਸਮੁੰਦਰ ਵਿੱਚ ਰਹਿਣ ਦਾ ਇੱਕ ਰਿਕਾਰਡ ਬਣਾਇਆ ਤੇ ਜਿਸ ਨੂੰ ਕੋਈ ਵੀ ਇਨਸਾਨ ਤੋੜ ਨਹੀਂ ਸਕਦਾ। ਐਲਵਰੰਗਾ ਦੀ ਕਹਾਣੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ, ਚਾਹੇ ਮੰਜ਼ਿਲ ਕਿੰਨੀ ਵੀ ਦੂਰ ਹੋਵੇ, ਲੇਕਿਨ ਅੱਗੇ ਕਦਮ ਵਧਾਉਣ ਨਾਲ ਸਾਨੂੰ ਆਪਣੀ ਮੰਜ਼ਿਲ ਮਿਲ ਜਾਂਦੀ ਹੈ। ਤੇ ਜੇਕਰ ਐਲਵਰੰਗਾ ਦੇ ਦੋਸਤ ਨੇ ਜੀਣ ਦੀ ਆਸ ਨਾ ਛੱਡੀ ਹੁੰਦੀ ਤਾਂ ਸ਼ਾਇਦ ਉਹ ਵੀ ਉਸ ਨਾਲ ਜਿੰਦਾ ਵਾਪਸ ਆਉਂਦਾ। ਦੋਸਤੋ, ਤੁਹਾਨੂੰ ਕਿੱਦਾਂ ਦੀ ਲੱਗੀ ਇਹ ਵੀਡੀਓ? ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡਾ ਚੈਨਲ ਰਾਇਲ ਪੰਜਾਬ ਜਰੂਰ